ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਾਂਟੋ ਕਲੇਸ਼ ਕਾਂਗਰਸ ਦਾ ਸਿਖਰਾਂ ਨੂੰ ਛੂਹ ਰਿਹਾ ਹੈ। ਸਿੱਧੂ ਸਾਹਿਬ ਵਿਧਾਇਕਾਂ ਨੂੰ ਦਿੱਲੀ ਜਾ ਕੇ ਸਥਿਤੀ ਬਿਆਨ ਕਰਨ ਲਈ ਕਿਹਾ ਹੈ। ਹਰੀਸ਼ ਰਾਵਤ ਕੱਲ ਆਪਾਂ ਗੱਲ ਕਰਦੇ ਸੀ, ਸ਼ਾਇਦ ਉਹਨਾਂ ਨੇ ਕੋਈ ਮਨ ਬਣਾਇਆ ਜਾਂ ਨਹੀਂ ਬਣਾਇਆ, ਪਰ ਜਲਦੀ ਕਰ ਸਕਦੇ ਨੇ ਮੀਟਿੰਗ। ਇਹ ਵੀ ਪਤਾ ਲੱਗਾ ਹੈ ਕਿ ਪ੍ਰਿयंका ਦਾ ਫੋਨ ਖੜਕਿਆ। ਕੁਝ ਕਹਿੰਦੇ ਨੇ ਕਿ ਵੈਸੇ ਗੱਲਬਾਤ ਹੋਈ ਨਹੀਂ, ਪਰ ਕਈ ਕਹਿੰਦੇ ਨੇ ਖਿਚਾਈ ਕੀਤੀ ਹੈ। ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤੇ ਜਿਹੜੀ ਹਰੀਸ਼ ਰਾਵਤ ਆ, ਉਹ ਹਾਲ ਦੀ ਘੜੀ ਸਮਾਂ ਟਪਾਰੇ ਕਹਿ ਰਿਹਾ ਜੀ, ਮੈਂ ਜਲਦੀ ਆ ਰਿਹਾ, ਮੈਂ ਜਲਦੀ ਆ ਰਿਹਾ, ਮੈਂ ਜਲਦੀ ਆ ਰਿਹਾ, ਲੇਕਿਨ ਆ ਨਹੀਂ ਰਹੇ। ਹੁਣ ਕਹਿਤਾ ਜੀ ਮੈਨੂੰ ਟੈਂਪਰੇਚਰ, ਮੇਰੀ ਸਿਹਤ ਠੀਕ ਨਹੀਂ, ਮੈਂ ਸਿਹਤ ਠੀਕ ਹੋਣ ਤੇ ਆਊਂਗਾ। ਪ੍ਰਿयंका ਗਾਂਧੀ ਨੇ ਜ਼ਰੂਰ ਫੋਨ ਖੜਕਾਇਆ। ਇਸ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਸੋਨੀਆ ਗਾਂਧੀ ਨੇ 2 ਫੋਨ ਖੜਕਾਏ ਸੀਗੇ, ਉਹਦੇ ਕੋਲ ਤੋਂ ਮਦਦ ਮੰਗੀ ਸੀ, ਲੇਕਿਨ ਐਲਕੀ ਸੋਨੀਆ ਨੇ ਕੋਈ ਬਾਂਹ ਨਹੀਂ ਫੜੀ ਕੈਪਟਨ ਸਾਹਿਬ ਦੀ, ਜਿਹੜੀ 2002 ਤੋਂ ਲੈ ਕੇ 7 ਤੱਕ ਫੜੀ ਸੀ, ਐਲਕੀ ਬਾਂਹ ਨਹੀਂ ਫੜੀ। ਜਾਂ ਉਹ ਵੀ ਆਪਣੇ ਆਪ ਨੂੰ ਵਿਚਾਰ ਮਹਿਸੂਸ ਕਰਦੇ ਆ, ਜਾਂ ਫਿਰ ਉਹਨਾਂ ਨੂੰ ਪੰਜਾਬ ਦੀ ਸਿਚੁਏਸ਼ਨ ਦਾ ਪਤਾ ਲੱਗ ਚੁੱਕਾ ਵੀ ਪੰਜਾਬ 'ਚ ਇਸ ਕੀ ਚੱਲ। ਕਹਿੰਦੇ ਪ੍ਰਿयंका ਨੇ ਗੱਲ ਕੀਤੀ ਕੈਪਟਨ ਸਾਹਿਬ ਨੇ, ਤੇ ਉਹਨਾਂ ਕਿਹਾ ਵੀ ਆਹ ਜਿਹੜੀ ਤੁਸੀਂ ਪਟਾਰੀ ਖੋਹ ਕੇ ਬੈਠੇ ਆਪਣੇ ਵਿਧਾਇਕਾਂ ਦੇ ਤੇ ਆਪਣੇ ਮੰਤਰੀ ਦੀ ਬੰਦ ਕਰੋ। ਇਹ ਕੀ ਪਖੰਡ ਬਣਾਇਆ ਤੁਸੀਂ? ਤੇ ਕਿੱਥੇ ਦੇਖਿਆ ਤੁਸੀਂ ਆਪਣੇ ਵਿਧਾਇਕ ਦੇ ਮੰਤਰੀ ਦੀ ਆਪ ਪੜਤਾਲ ਕਰੋਗੇ ਜੀ? ਲੈ ਉਹਨੇ ਕਿਹਾ ਜੀ ਦੂਸਰੀ ਤਰ੍ਹਾਂ ਕਹਿੰਦੇ ਉਹਨੂੰ ਆਪਾਂ ਸਮਝਾ ਲਾਂਗੇ ਅਸੀਂ, ਤੁਸੀਂ ਚੁੱਪ ਕਰੋ। ਉਦੋਂ ਬਾਅਦ ਬਾਕੀ ਦੇ ਸਾਰੇ ਸ਼ਾਂਤ ਹੋ ਗਏ, ਲੇਕਿਨ ਸਿੱਧੂ ਸਾਹਿਬ ਦੇ ਸ਼ਾਂਤ ਨਹੀਂ ਹੋਏ। ਸਿੱਧੂ ਸਾਹਿਬ ਬਾਰੇ ਇਹ ਸੂਚਨਾ ਮਿਲੀ ਆ ਸੂਤਰਾਂ ਤੋਂ ਵੀ ਸਿੱਧੂ ਦੇ ਹੱਕ 'ਚ ਛੱਡੋ ਨਾ, ਕੈਪਟਨ ਦੇ ਖਿਲਾਫ 70 MLA ਨੇ ਜਾ ਕੇ ਹਾਈਕਮਾਂਡ ਨੂੰ ਸ਼ਿਕਾਇਤ ਕੀਤੀ ਹੈ। ਜੇ 80 ਦੇ ਵਿੱਚੋਂ 70 ਜਾ ਕੇ ਸ਼ਿਕਾਇਤ ਕਰਦੇ, ਫਿਰ ਕੈਪਟਨ ਸਾਹਿਬ ਕਿੱਥੇ ਬਚਣਗੇ? ਹੁਣ ਕੈਪਟਨ ਸਾਹਿਬ ਹੋਏ ਪੂਰੇ ਡਿਫੈਂਸਿਵ। ਅੱਗੇ ਓਫੈਂਸਿਵ ਸੀ, ਹੁਣ ਡਿਫੈਂਸਿਵ। ਅੱਗੇ ਕਹਿੰਦੇ ਮੈਨੂੰ ਕਿਸੇ ਦੀ ਪਰਵਾਹ ਨਹੀਂ, ਹੁਣ ਕਹਿੰਦੇ ਬਚਾਓ ਮੇਰੀ ਨਈਆ ਜਿਹੜੀ ਇਸ ਵੇਲੇ ਫਸ ਚੁੱਕੀ ਹੈ, ਮੰਝ ਟੱਚ ਨੂੰ ਕੱਢੋ ਕਿਹਨੂੰ। ਤੇ ਕੱਢਣੀ ਹਾਈਕਮਾਂਡ ਨੇ, ਲੇਕਿਨ ਸਿੱਧੂ ਉਹਦਾ ਤੇ ਅਜੇ ਵੀ ਵਾਰ ਤੇ ਵਾਰ ਕਰ। ਪ੍ਰਿयंका ਦੇ ਬਾਅਦ ਜਿਹੜੀ ਬਾਕੀ ਚੁੱਪ ਕਰ ਗਏ ਆ, ਲੇਕਿਨ ਸਿੱਧੂ ਨੇ ਇੰਨੀ ਗੱਲ ਕਹੀ, ਭਾਈ ਜੇ ਰਾਵਤ ਸਾਹਿਬ ਨਹੀਂ ਹੁੰਦੇ ਤੇ ਚਲੋ ਦਿੱਲੀ ਜਾ ਕੇ ਹਾਈਕਮਾਂਡ ਕੋ ਆਪਣਾ ਰੋਲਾ ਰੋ ਵੀ ਅਸੀਂ ਕਿੱਥੇ ਖੜੇ, ਅਸੀਂ ਇਲੈਕਸ਼ਨ ਲੜਨੀ ਹੈ 2022 ਦੇ ਵਿੱਚ, ਅਸੀਂ ਇੱਥੇ ਨਹੀਂ ਬੈਠੇ ਰਹਿਣਾ, ਸਾਨੂੰ ਕੋਈ ਤੁਸੀਂ ਨਾ ਦੱਸ ਦਿਓ ਕੀ ਕੀਤਾ ਜਾਵੇ। ਕਿਉਂਕਿ ਇੱਕ 3 ਮੈਂਬਰੀ ਕਮੇਟੀ ਦਿੱਲੀ ਤੋਂ ਆਈ ਸੀ ਗੁਪਤ ਰੂਪ ਦੇ ਵਿੱਚ, ਉਹ ਲਗਭਗ ਇੱਥੇ 3 ਦਿਨ ਰਹਿ ਕੇ ਪੂਰੀ ਸਿਚੁਏਸ਼ਨ ਹਰ ਹਲਕੇ ਦੀ ਰਿਪੋਰਟ ਲਿਜਾ ਚੁੱਕੀ ਹੈ, ਜਿਹਨੇ ਫਿਰ ਦੱਸ ਦਿੱਤਾ ਵੀ ਇਸ ਵੇਲੇ ਹਾਲਾਤ ਮਾੜੇ ਜੇ। ਤੇ ਕਾਂਗਰਸ ਜਿਹੜੀ ਹੈ ਕਿਸੇ ਵੀ ਸੂਰਤ ਦੇ ਵਿੱਚ ਪੰਜਾਬ ਨੂੰ ਗੋਣਾ ਨਹੀਂ ਚਾਹੁੰਦੀ, ਤੇ ਪੰਜਾਬ ਦੇ ਨਾਲ ਸਿੱਧੂ ਨੂੰ ਨਹੀਂ ਗੋਣਾ ਚਾਹੁੰਦੀ। 2 ਗੱਲਾਂ ਹੋਣ ਕਰਕੇ ਹੁਣ ਕੈਪਟਨ ਸਾਹਿਬ ਦੇ ਸੰਕਟ ਦੇ ਬੱਦਲ ਮੰਡਰਾ ਰਹੇ ਆ। ਹੁਣ ਕੇਂਦਰ ਨੇ ਵੇਖਣਾ ਵੀ ਸਿੱਧੂ ਨੂੰ ਸਮਝਾਉਣਾ, ਭਾਈ 6 ਮਹੀਨੇ ਕੱਢ ਦੇ, ਫਿਰ ਤੇਰੀ ਵਾਰੀ ਆ ਜੂਗੀ। ਕੈਪਟਨ ਸਾਹਿਬ ਇਹ ਚਾਹੁੰਦੇ ਵੀ ਕਿਸੇ ਤਰੀਕੇ ਨਾਲ 6 ਮਹੀਨੇ ਲੰਘ ਜਾਣ, ਸ਼ਾਂਤੀਪੂਰਵਕ ਲੰਘ ਜਾਣ, ਫਿਰ ਅੱਗੇ ਵੇਖਾਂਗੇ ਕਿਹੜੇ ਪਾਸੇ ਨੂੰ ਗੱਲ ਚੱਲਦੀ ਆ। ਲੇਕਿਨ ਇਸ ਵੇਲੇ ਜਿਹੜੀ ਸਿਚੁਏਸ਼ਨ ਜਿਹੜੀ ਆ ਕ੍ਰਿਟੀਕਲ ਬਣੀ ਪਈ ਆ। ਹਾਲ ਦੀ ਘੜੀ ਇਹ ਆ ਵੀ ਜਾਖੜ ਸਾਹਿਬ ਨੂੰ ਆਪਣਾ ਬਦਲਾ ਲੈਣ ਦਾ ਮੌਕਾ ਜ਼ਰੂਰ ਮਿਲ ਗਿਆ। ਜਾਖੜ ਸਾਹਿਬ ਨੇ ਕੇਂਦਰ ਨੂੰ ਸ਼ਿਕਾਇਤ ਕਿਸੇ ਹੋਰ ਦੀ ਨਹੀਂ, ਪ੍ਰਤਾਪ ਸਿੰਘ ਬਾਜਵੇ ਦੀ ਕੀਤੀ ਹੈ। ਕਿਉਂਕਿ ਜਾਖੜ ਸਾਹਿਬ ਜਦੋਂ ਹਰੇ ਸੀਗੇ ਨਾ ਗੁਰਦਾਸਪੁਰ ਤੋਂ, ਸਨੀਦੇਵ ਤੋਂ, ਉਦੋਂ ਸ਼ੱਕ ਕੀਤਾ ਜਾਂਦਾ ਸੀ ਕਿ ਇਸ ਬੰਦੇ ਨੇ ਜਿਹੜਾ ਸੀ ਆਪਣਾ ਪ੍ਰਤਾਪ ਸਿੰਘ ਬਾਜਵੇ ਦੀ ਮਦਦ ਨਹੀਂ ਕੀਤੀ, ਉਲਟਾ ਦੂਜੇ ਪਾਸੇ ਜਿਹੜੀਆਂ ਆਪਣੀਆਂ ਵੋਟਾਂ ਪਾਈਆਂ ਸੀ। ਇਸ ਕਰਕੇ ਜਾਖੜ ਸਾਹਿਬ ਨੂੰ ਮੌਕਾ ਮਿਲਣਾ ਹੀ ਮਿਲਣਾ ਸੀਗਾ। ਉਹਨਾਂ ਇਹਦੀ ਸ਼ਿਕਾਇਤ ਕੀਤੀ ਵੀ ਪਾਰਟੀ ਨੂੰ 2 ਫਾੜ ਕਰਨ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜਿਹੜੀ ਵਿਸ਼ੇਸ਼ ਭੂਮਿਕਾ ਨਿਭਾ ਰਿਹਾ, ਇਹਨੂੰ ਰੋਕਿਆ ਜਾਵੇ। ਕੁਛ ਵੀਡੀਓਜ਼ ਵੀ ਉਹਨੇ ਜਾਰੀ ਕੀਤੀਆਂ, ਜਿਹੜੀ ਭੇਜੀਆਂ ਸੈਂਟਰ ਨੂੰ। ਇਹਦੇ ਨਾਲ ਜਿਹੜੇ ਬਾਕੀ ਕੁਛ ਹੋਰ ਬੰਦੇ ਸੀਗੇ ਜ਼ਿਆਦਾ ਬੋਲਦੇ ਸੀ, ਉਹਨਾਂ ਦਾ ਵੀ ਸ਼ਿਕਾਇਤ ਜ਼ਰੂਰ ਕੀਤੀ ਹੈ, ਲੇਕਿਨ ਉਹਨੂੰ ਸਮਝਾਉਣ ਦੀ ਗੱਲ ਕੀਤੀ ਹੈ। ਤੇ ਜਾਖੜ ਦੇ ਖਿਲਾਫ ਬਾਜਵੇ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਕੀਤੀ ਹੈ। ਹੁਣ ਇਹਨਾਂ ਕੈਪਟਨ ਸਾਹਿਬ ਨੇ ਕੀਤੀ ਕਿ ਆਪਣਾ ਜਿਹੜਾ ਉਹ ਬਦਲਾ ਲੈਣ ਦੀ ਗੱਲ ਕੀਤੀ ਆ।
ਉਹ ਤੇ ਹੁਣ ਸਮਾਂ ਦੱਸੂਗਾ ਜੀ। ਵੈਲਕਮ ਬੈਕ ਦੋਸਤੋ, ਵੌਇਸ ਆਫ ਸਿਟੀ 1320 AM ਤੇ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਔਰ ਆਓ ਫਿਰ ਰੰਗਲਾ ਪੰਜਾਬ ਦੇ ਵਿੱਚ ਤੁਸੀਂ ਕਾਲ ਕਰਨੀ ਚਾਹੋ ਤਾਂ ਕਰ ਸਕਦੇ ਹੋ 905 813 1320। ਦਿੱਲੀ ਸਰਕਾਰ ਦੀ ਪੈਟਰਨ ਤੇ ਕੈਪਟਨ ਸਾਹਿਬ ਚੱਲੇ ਨੇ, ਕਿਤੇ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਕੱਲੀ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ। ਚੰਗੀਆਂ ਗੱਲਾਂ ਲਈ ਫੜੇ ਤੇ ਗੱਲ ਵੱਖਰੀ ਹੈ, ਜੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਗੱਲ ਨਾ ਕਿਤੇ ਸ਼ੁਰੂ ਹੋ ਜਾਏ ਉਹ ਮਾੜੀ ਗੱਲ ਆ। ਹਾਂਜੀ, ਕੈਪਟਨ ਬਿਲਕੁਲ ਜੀ। ਅਮਰਿੰਦਰ ਹੁਣਾਂ ਨੇ ਦਿੱਲੀ ਪੈਟਰਨ ਦੀ ਰੀਸ ਕਾਰਨ ਸ਼ੁਰੂਆਤ ਕੀਤਾ। ਕਰੋਨਾ ਕਾਰਨ ਯਤੀਮ ਹੋਏ ਬੱਚਿਆਂ ਨੂੰ ਦਿੱਤੀ ਜਾਵੇਗੀ 1500 ਰੁਪਏ ਮਹੀਨਾ ਪੈਨਸ਼ਨ। ਵਾਓ, ਕੀ ਕਹਿਣਾ ਚਾਹੋਗੇ? ਦਿੱਲੀ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਿਹੜੇ 2500 ਰੁਪਇਆ ਦੇਵਾਂਗੇ ਜੀ ਇਹੋ ਜਿਹੇ ਪਰਿਵਾਰ ਦੇ ਇੱਕ ਬੱਚੇ ਨੂੰ ਜਿਹੜਾ ਬੰਦਾ ਬਿਲਕੁਲ ਯਤੀਮ ਹੋਵੇ। ਹੁਣ ਪੰਜਾਬ ਸਰਕਾਰ ਗਰੀਬ ਸਰਕਾਰ, ਇੱਥੇ ਕਾਫੀ ਰੌਲਾ ਪਾਇਆ ਗਿਆ, ਵਿਰੋਧੀ ਧਿਰ ਨੇ ਵੀ ਕਿਹਾ, ਕੁਝ ਹਾਕਮ ਧਿਰ ਦੇ ਆਪਣੇ MLA ਨੇ ਵੀ ਕਿਹਾ, ਜਿਹਦੇ ਕਰਕੇ ਕੈਪਟਨ ਸਾਹਿਬ ਨੂੰ ਇਹ ਅੱਖ ਚੱਬਣਾ ਪਿਆ ਵੀ ਕੁਛ ਨਾ ਕੁਛ ਅਨਾਊਂਸਮੈਂਟ ਕਰ ਦਈਏ। ਦਿੰਦੇ ਮੈਨੂੰ ਨਹੀਂ ਪਤਾ ਕਿ ਦਿੰਦੇ ਕਿ ਨਹੀਂ, ਅਨਾਊਂਸ ਜ਼ਰੂਰ ਕਰ ਦਿੱਤੀ ਗਈ ਆ ਕਿ ਜਿਨ੍ਹਾਂ ਦੇ ਮਾਪਿਓ ਜਿਹੜੇ ਜਦੋਂ ਇਹ ਘਰ ਚੋਂ ਕਮਾਈ ਪੁੱਤਰ ਚਲ ਚੁੱਕੇ, ਮਾਪਿਓ ਜਾ ਚੁੱਕਾ, ਉਹਨਾਂ ਦੇ ਪਰਿਵਾਰਾਂ ਨੂੰ ਅਸੀਂ 1500 ਰੁਪਇਆ ਮਹੀਨਾ ਪੈਨਸ਼ਨ ਦਿਆਂਗੇ। ਭਾਵੇਂ 1500 ਰੁਪਏ ਦਾ ਕੁਛ ਨਹੀਂ ਹੁੰਦਾ, ਲੇਕਿਨ ਫਿਰ ਵੀ ਇੱਕ ਥੋੜੀ ਬਹੁਤੀ ਮਾੜੀ ਮੋਟੀ ਸਹਾਇਤਾ ਜ਼ਰੂਰ ਉਹਨਾਂ ਲੋਕਾਂ ਨੂੰ ਮਿਲੇਗੀ। ਅੱਜ ਦੀ ਇੰਨੀ ਮਹਿੰਗਾਈ ਦੇ ਵਿੱਚ 1500 ਰੁਪਏ ਦਾ ਕੀ ਬਣਦਾ? ਲੇਕਿਨ ਫਿਰ ਵੀ ਇੱਕ ਕੈਪਟਨ ਸਾਹਿਬ ਦਾ ਜਿਹੜਾ ਕਦਮ ਸ਼ਲਾਘਾ ਜਾਊਗਾ। ਜੇ ਖਰਬੂਜੇ ਨੂੰ ਵੇਖ ਕੇ ਖਰਬੂਜੇ ਨੇ ਰੰਗ ਫੜਿਆ ਤੇ ਬਾਕੀ ਜਿਹੜੇ ਖਰਬੂਜੇ ਉਹਨਾਂ ਨੂੰ ਵੀ ਕਹਿਣ ਵੀ ਰੰਗ ਫੜੋ ਤੁਸੀਂ ਇਸੇ ਤਰ੍ਹਾਂ ਹੀ। ਸੋ ਗੱਲ ਇਹ ਆ ਭੱਟੀ ਸਾਹਿਬ, ਜੇ 1500 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਗੱਲ ਕੀਤੀ ਹੈ ਦਿੱਲੀ ਪੈਟਰਨ ਦੀ ਸਰਕਾਰ ਯਤੀਮ ਹੋਏ ਬੱਚਿਆਂ ਨੂੰ, ਜੇ ਉਹਨਾਂ ਨੂੰ ਬਜ਼ੁਰਗਾਂ ਜਿਹੜੇ ਬੁਢਾਪਾ ਪੈਨਸ਼ਨ ਲੈਣ ਜਾਂਦੇ ਨੇ ਬਜ਼ੁਰਗ, ਜੀ ਤੁਸੀਂ ਵੇਖਿਆ ਹੋਣਾ ਬੈਂਕ ਦੇ ਵਿੱਚ ਕਿਵੇਂ ਬਾਊ ਜੀ ਦੇ ਤਰਲੇ ਤੇ ਬਾਊ ਜੀ ਕਿਵੇਂ ਟੁੱਟ ਕੇ ਪੈਂਦੀਆਂ ਹੁੰਦੀਆਂ, ਬੀਬੀਆਂ ਘਰੇ ਆਪਣੇ ਪਤੀ ਨਾਲ ਲੜ ਕੇ ਆਈਆਂ ਹੁੰਦੀਆਂ, ਇੱਕ ਕਾਊਂਟਰ ਤੇ ਕੰਮ ਕਰਨ ਵਾਲੀਆਂ। ਹਾਂਜੀ ਜੀ ਤੇ ਚੰਗੇ ਭਲੇ ਬਜ਼ੁਰਗ ਨੂੰ ਕਿਵੇਂ ਪੈ ਰਹੀਆਂ ਹੁੰਦੀਆਂ ਟੁੱਟ ਕੇ। ਬਿਲਕੁਲ ਜੀ, ਬਿਲਕੁਲ। ਸਰਕਾਰ ਦਾ ਪੈਸਾ ਹੁੰਦਾ ਤੇ ਵਿਚਾਰਾ ਪੁੱਛਣ ਆਉਂਦਾ ਕਿ ਬੀਬਾ ਦੇਖੀ ਪੈਸੇ ਆਏ ਆ, ਉਹ ਬੜੇ ਪਿਆਰ ਨਾਲ ਬੀਬਾ ਕਹਿੰਦਾ ਆ ਜਾਣਗੇ ਬਾਪੂ, ਕਿਹੜਾ ਕਾਲਾ ਪਿਆ। ਬਿਲਕੁਲ। ਤੇ ਜੇ 1500 ਰੁਪਏ ਸਰਕਾਰ ਸਿੱਧੇ ਇਹਨਾਂ ਦੇ ਅਕਾਊਂਟ ਖਾਤੇ ਬਣਾ ਕੇ, ਹੁਣ ਤਾਂ ਡਿਜੀਟਲ ਆ ਇੰਡੀਆ, ਵੀ ਕਿਹੜਾ ਬੰਦਾ ਕਰੋਨਾ ਨਾਲ ਗਿਆ ਤੇ ਉਹਦਾ ਬੱਚੇ ਕਿੰਨੇ ਯਤੀਮ ਹੋਏ ਨੇ, ਉਹਨਾਂ ਦੇ ਛੋਟੇ ਬੱਚੇ ਨੇ ਤਾਂ ਉਹਨਾਂ ਦੇ ਸਿੱਧੇ FD ਜਾਣ ਤਾਂ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਕੁਝ ਬਣ ਸਕੇ। ਠੀਕ ਹੈ ਨਾ? ਤੇ ਜੇ ਇਸ ਤਰ੍ਹਾਂ ਹੀ ਉਹਨਾਂ ਬਜ਼ੁਰਗਾਂ ਦੀ ਪੈਨਸ਼ਨ ਵਾਂਗੂ ਇਹਨਾਂ ਬੱਚਿਆਂ ਨੂੰ ਜਾ ਕੇ ਉੱਥੇ ਬੈਂਕ ਕਰਮਚਾਰੀ ਦੀਆਂ ਗੱਲਾਂ ਸੁਣਨੀਆਂ ਪੈਣੀਆਂ ਤੇ ਫਿਰ ਉਹ ਪੈਸਾ ਕਿਸੇ ਕੰਮ ਨਹੀਂ ਦਿੱਤਾ, ਉਹਨੇ ਤਾਂ ਗੇੜੇ ਲੱਗ ਜਾ ਕਰਨੇ ਵਿਚਾਰਿਆਂ ਦੇ। ਫਰਵਰੀ ਮਹੀਨੇ ਦੇ ਵਿੱਚ ਮੈਂ ਇੱਕ ਲਿਸਟ ਜਾਰੀ ਕੀਤੀ ਕਿ ਆਹ ਜਿਹੜੇ ਪੱਤਰਕਾਰ 60 ਸਾਲ ਤੋਂ ਪੂਰੇ ਕਰ ਚੁੱਕੇ, ਉਦੋਂ ਪੂਰੀ ਕਰ ਚੁੱਕੇ ਆ, ਤੇ ਇਹਨਾਂ ਪੱਤਰਕਾਰਾਂ ਨੇ ਜਿਹੜੀ ਆ ਉਹ ਸਾਰੀਆਂ ਛੱਤਾਂ ਪੂਰੀਆਂ ਕੀਤੀਆਂ ਨੇ, ਉਹਨਾਂ ਨੂੰ ਅਸੀਂ ਪੈਨਸ਼ਨ ਦੇ ਰਹੇ ਅਗਲੇ ਮਹੀਨੇ ਤੋਂ। ਉਹ ਮਾਰਚ ਵੀ ਲੰਘ ਗਿਆ ਤੇ ਅਪ੍ਰੈਲ ਵੀ ਲੰਘ ਗਿਆ ਤੇ ਮਈ ਵੀ ਲੰਘ ਗਏ, ਤੇ ਜੇ ਇਹੋ ਜਿਹੀ ਅਨਾਊਂਸਮੈਂਟ ਕਰਨ ਦੇ ਕੀ ਫਾਇਦਾ? ਹਾਲੀ ਕਿ ਪੱਤਰਕਾਰ ਦਾ ਮਾੜਾ ਮੋਟਾ ਡਰ ਆ ਸਰਕਾਰ ਨੂੰ ਕਿ ਕੱਲ ਸਾਡੀ ਜਿਹੜੀ ਉਹ ਤਖਤਾ ਉਲਟਾ ਸਕਦੇ ਆ, ਲੇਕਿਨ ਫਿਰ ਵੀ ਜੇ ਪੱਤਰਕਾਰ ਨੂੰ ਕੁਛ ਨਹੀਂ ਮਿਲਿਆ ਤੇ ਬਾਕੀ ਲੋਕਾਂ ਨੂੰ ਕੀ ਮਿਲਣਾ? ਅਨਾਊਂਸਮੈਂਟ ਕਰਦੇ ਜਿੰਨੀ ਮਰਜ਼ੀ ਕਰੀ ਜਾਣ, ਕੀ ਉਹਦਾ ਬਿੱਲ, ਉਹਦਾ ਕਿਹੜਾ ਬਿੱਲ ਉਹਨਾਂ ਅਨਾਊਂਸਮੈਂਟ ਕਰਨਾ ਜੀ। ਅੱਛਾ, RSS ਦਾ ਮਾਮਲਾ ਕਾਫੀ ਸਵੇਰੇ ਵੀ ਗੱਲ ਕੀਤੀ ਸੀ, ਚਰਚਾ 'ਚ ਹੈ, ਕੈਂਪ ਕਿਸਾਨਾਂ ਨੇ ਖਿਲਾਰਿਆ, ਪੁਲਿਸ ਨਾਲ ਵੀ ਕਾਫੀ ਕਿਸਾਨਮੁਖੀ ਹੁੰਦੀਆਂ ਖਬਰਾਂ ਨੇ, ਕੋਈ ਇਹਦੇ ਬਾਰੇ ਕੋਈ ਨਜ਼ਰੀਆ ਦੇਣਾ ਚਾਹੋ? ਨਹੀਂ, ਵੇਖੋ ਪੁਲਿਸ ਦਾ ਕੰਮ ਰੋਕਣਾ, ਪੁਲਿਸ ਨੇ ਉਹਨਾਂ ਕਿਸਾਨਾਂ ਨੂੰ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਆਪਣੇ ਆਪ ਨੇ ਇੱਕ ਧੱਕੇ ਮਾਰਦੇ ਅੱਗੇ ਵੱਧਦੇ ਗਏ। ਪੁਲਿਸ ਅੱਗੇ ਧੱਕੇ ਮਾਰ ਰੁਕਦੀ ਰਹੀ, ਨਹੀਂ ਰੁਕੀ। ਹੁਣ ਪੁਲਿਸ ਦੀ ਗਿਣਤੀ ਥੋੜੀ ਸੀ, ਕਿਸਾਨਾਂ ਦੀ ਜ਼ਿਆਦਾ ਸੀ। ਫਿਰ ਜਿਹੜੇ ਪੁਲਿਸ ਨੂੰ ਐਡੇ ਬੜੇ ਢਿੱਡਾਂ ਵਾਲੇ ਜਿਹੜੇ ਸੀ ਉਹ ਕਿੱਥੋਂ ਰੁਕ ਸਕਣਗੇ? ਉਧਰ ਨੌਜਵਾਨ ਮੁੰਡੇ 6 ਫੁੱਟ ਦੇ ਜਵਾਨ ਮੁੰਡੇ ਸੀ, ਜਿਹੜੇ ਪਲੇਅਰ ਟਾਈਪ ਮੁੰਡੇ ਸੀਗੇ, ਉਹ ਨਿਕਲ ਗਏ ਉਹਨਾਂ ਤੋਂ। ਫਿਰ ਉਹ ਪਿੱਛੇ ਭੱਜਣ, ਉਹ ਮੁੰਡੇ ਕਿਤੇ ਚਲੇ ਗਏ ਤੇ ਪੁਲਿਸ ਵਾਲੇ ਕਿਤੇ ਪਿੱਛੇ ਖਲੋਤੇ ਨੇ, ਭੱਜਿਆ ਨਹੀਂ ਜਾਂਦਾ ਉਹਨਾਂ ਕੋਲ। ਲੇਕਿਨ ਕੁਸਨਮੁਖੀ ਕਾਫੀ ਉੱਥੇ ਹੋਇਆ, ਆਪਸ ਵਿੱਚ ਕਾਫੀ ਉਹਨੇ ਧੱਕੇ ਵੱਜੇ ਨੇ ਇਹਦੇ ਨਾਲ। ਜੇ ਤੇ ਹਰਿਆਣਾ ਸਰਕਾਰ ਹੁੰਦੀ, ਜਿਵੇਂ ਹਰਿਆਣੇ ਦੇ ਵਿੱਚ ਉਹ ਕਿਸਾਨਾਂ ਦੇ 300 350 ਕਿਸਾਨਾਂ ਦੇ ਨਾਲੇ ਉਹਦੇ ਕਿਸਾਨਾਂ ਨੂੰ ਕੁੱਟਿਆ, ਉਹਨਾਂ ਦੇ ਸਿਰ ਪਾੜੇ, ਲੱਤਾਂ ਤੋੜੀਆਂ,
ਨਾਲੇ 350 ਕਿਸਾਨਾਂ ਤੇ ਪਰਚਾ ਦੇ ਦਿੱਤਾ ਗਿਆ ਵੀ ਤੁਸੀਂ ਮੁੱਖ ਮੰਤਰੀ ਜਿਹੜੀ ਸੀ ਯਾਤਰਾ ਮੁੱਖ ਵੀ ਤੋਂ ਉਦਘਾਟਨ ਦਾ ਸੀ ਖਰਾਬ ਕਰਨਾ ਸੀ। ਉਦੋਂ ਤੋਂ ਚੁੱਪ ਕਰ ਰਹੇ। ਹੁਣ ਚਲੂਨੀ ਸਾਹਿਬ ਨੇ ਇੰਨੀ ਗੱਲ ਕੀਤੀ ਵੀ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਸਾਰੇ ਆਪ ਆਪਣਾ ਮੈਡੀਕਲ ਕਰਾਓ। ਮੈਡੀਕਲ ਕਰਾ ਕੇ ਜੀ ਬਰਾਬਰ ਤੇ ਕੇਸ ਠੋਕਾਂਗੇ। ਜੇ ਐਫ ਨੇ ਦਰਜ ਕਰਾਂਗੇ ਕੋਰਟ ਜਾਣ ਤੋਂ ਨਹੀਂ ਰੋਕ ਸਕਦੇ, ਜਾਵਾਂ ਕੋਰਟ ਦੇ ਖਿਲਾਫ। ਜੇ ਇੱਥੇ ਵਾਕਈ ਸਰਕਾਰ ਕੋਈ ਹੋਰ ਹੁੰਦੀ, ਨੀਲੀਆਂ ਪਗੜੀਆਂ ਵਾਲੀ ਹੁੰਦੀ, ਤੇ ਵਾਕਿਆ ਇੱਥੇ ਕਿਸਾਨਾਂ ਦੀ ਲੱਤਾਂ ਮੋੜ ਕੁੱਟਦੀਆਂ, ਸਿੱਧੀਆਂ ਗੋਲੀਆਂ ਵੀ ਚੱਲ ਜਾਂਦੀਆਂ ਨੇ। ਪੋਸੀਬਿਲਿਟੀ ਗੋਲੀ ਚੱਲ ਜਾਂਦੀ ਚੱਲੀ ਆ ਪਰ ਗਾੜੀ। ਚਾਵਲਾ ਸਾਹਿਬ ਇਹ ਦੋਵੇਂ ਇੱਕੋ ਆਪਾਂ ਕਹਿੰਦੇ ਚਿੱਟੇ ਬਗਲੇ ਨੀਲੇ ਮੋਰ ਤੇ ਉਹ ਵੀ ਚੋਰ ਤੇ ਉਹ ਵੀ ਚੋਰ, ਤੇ ਕੋਈ ਅੱਤ ਕੱਥ ਨਹੀਂ। ਆਪਾਂ ਰੀਜਨਲ ਸਿਨੇਮੇ ਮੋਗੇ ਦੀ ਗੱਲ ਕਈ ਵਾਰੀ ਕੀਤੀ। ਇੱਕ ਫੌਜੀ ਰਿਟਾਇਰਡ ਆਰਮੀ ਦੇ ਫੌਜੀ ਜਿਹਨੇ 3 ਜੰਗਾਂ ਲੜੀਆਂ ਤੇ ਜੰਗ ਲੜ ਕੇ ਆਪਣੇ ਘਰ ਆਇਆ ਤੇ ਘਰ ਨੂੰ ਪੁੱਤ ਦੀ ਲਾਸ਼ ਦੇ ਦਰਸ਼ਨ ਹੋਏ। ਆਪਣੀ ਲਾਸ਼ ਬਚਾ ਕੇ ਆ ਗਿਆ, ਪੁੱਤ ਦੀ ਲਾਸ਼ ਦੇ ਦਰਸ਼ਨ ਹੋਏ। ਹਰਜੀਤ ਸਿੰਘ ਮੁੰਡਾ ਚਿੜਕ ਪਿੰਡ ਦਾ ਜਿਹੜਾ ਸੀ, ਜਦੋਂ ਉੱਥੇ ਇਹਨਾਂ ਦੀ ਆਪਸ ਵਿੱਚ ਵਿਰੋਧ ਹੋਇਆ ਪੁਲਿਸ ਦਾ, ਤੇ ਦਰਸ਼ਨਜੀਤ ਸਿੰਘ ਇੰਸਪੈਕਟਰ ਨੇ ਗੋਲੀ ਚਲਾ ਕੇ 2 ਮੁੰਡੇ ਮਾਰੇ। ਉਹਨਾਂ ਚ ਹਰਜੀਤ ਸਿੰਘ ਚਿੜਕ ਸੀ, ਕਾਗੂ ਸੀ ਜਿਹੜਾ ਉਹਨਾਂ ਦਾ। ਤੇ ਉਹ ਫੌਜੀ ਹੈ ਤੇ ਫੌਜੀ ਵੇਖ ਕੇ ਹੈਰਾਨ ਸੀ ਵੀ ਮੈਂ ਤੇ ਵੇਖੋ 3 ਜੰਗਾਂ ਲੜੀਆਂ ਤੇ ਬਚ ਕੇ ਆ ਗਿਆ, ਤੇ ਮੇਰੇ ਪੁੱਤ ਨੂੰ ਕਿਵੇਂ ਕਿਉਂ ਮਾਰਿਆ ਤੁਸੀਂ? ਇਹਨੇ ਕੀ ਕਸੂਰ ਕੀਤਾ ਸੀ? ਹੱਕ ਮੰਗਦਾ ਕੋਈ ਗੁਨਾਹ ਵਾ? ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ। ਤੇ ਜਿਹੜੀ ਉਸ ਟਾਈਮ ਚ ਸਰਕਾਰ ਕਿਹਦੀ ਸੀ? ਗਿਆਨੀ ਜੈਲ ਸਿੰਘ ਦੀ। ਗਿਆਨੀ ਜੈਲ ਸਿੰਘ ਦੀ ਸਰਕਾਰ ਨੇ ਉਹ ਜਿਹੜਾ ਸੀ ਕਤਲ ਬਖਸ਼ਿਆ। ਇੰਸਪੈਕਟਰ ਨੂੰ ਕੁਛ ਨਹੀਂ ਕੀਤਾ, ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦੇ ਭੋਗ ਤੇ ਜਾ ਕੇ ਕਹਿ ਕੇ ਆਏ ਕਿ ਸਾਡੀ ਸਰਕਾਰ ਆਈ ਤੇ ਅਸੀਂ ਇਸ ਇੰਸਪੈਕਟਰ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰਕੇ ਉਹਨੂੰ ਬੇਸੁਸ ਕਰਕੇ ਅੰਦਰ ਦੇਵਾਂਗੇ। ਸਟੇਜ ਤੋਂ ਕਹਿ ਕੇ ਆਏ ਸੀਗੇ। ਤੇ ਜਦੋਂ ਆਪਣੀ 70 ਸਰਕਾਰ ਬਣ ਗਈ ਤੇ ਉਸੇ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਪ੍ਰਮੋਟ ਕਰਕੇ DSP ਬਣਾਇਆ ਸੀ। ਆ ਲੋ ਹਿਸਟਰੀ। ਤੁਹਾਨੂੰ ਕਿੰਨੀ ਵਾਰੀ ਕਿਹਾ ਲਿਖ ਜੋ ਬਾਬਾ ਜੀ ਕੋਈ ਥੋੜਾ ਬਹੁਤਾ। ਇਸ ਕਰਕੇ ਮੇਰਾ ਇਹ ਕਹਿਣ ਤੋਂ ਭਾਵ ਇਹ ਆ ਵੀ ਇੱਥੇ ਚਿੱਟੇ ਬਗਲੇ ਨੀਲੇ ਮੋਰ ਤੇ ਉਹ ਵੀ ਚੋਰ ਤੇ ਉਹ ਵੀ ਲੋਕ ਲੱਭੋ ਕੋਈ ਤੀਜਾ। ਉਹ ਤਾਂ ਦਿਸ ਕੁਛ ਨਹੀਂ ਰਿਹਾ ਅਜੇ ਤੱਕ, ਕਿਹੜਾ ਲੱਭਣਾ ਤੀਜਾ। ਲਓ ਜੀ, ਪੰਥ ਰਤਨ ਫਕਰੇ ਕੌਮ ਪਦਮ ਵਿਭੂਸ਼ਣ ਕਿਸਾਨਾਂ ਦੇ ਮਸੀਹਾ ਇਕੱਲੇ ਹੋਣ ਹੀ ਨਹੀਂ, ਇਸ ਵਕਤ ਹੀ ਨਹੀਂ ਕਿ ਜਦੋਂ ਸਾਡੀ ਸਰਕਾਰ ਆਈ ਤੇ ਖਾੜਕੂਆਂ ਨੂੰ ਮਾਰਨ ਵਾਲੇ ਝੂਠੇ ਮੁਕਾਬਲਿਆਂ ਦੇ ਵਿੱਚ ਮਾਰਨ ਵਾਲਿਆਂ ਨੂੰ ਅਸੀਂ ਸਜ਼ਾਵਾਂ ਦੇਵਾਂਗੇ 97 ਦੇ ਵਿੱਚ। ਇਹਦੋਂ ਪਹਿਲਾਂ ਵੀ ਇਹ ਗੱਲ ਹੋਈ 20 ਸਾਲ ਬਾਅਦ ਫਿਰ ਉਹੀ ਗੱਲ ਹੋਈ ਜੀ। ਭੁੱਲ ਗਏ ਨਾ? ਸਰਦਾਰ ਸੁਖਬੀਰ ਸਿੰਘ ਬਾਦਲ ਐਵੇਂ ਤਾਂ ਨਹੀਂ ਕਹਿੰਦੇ, ਐਵੇਂ ਤਾਂ ਨਹੀਂ ਕਹਿ ਰਹੇ ਕਿ ਲੋਕ ਤਾਂ ਕੱਲ ਦਾ ਭੁੱਲ ਜਾਂਦੇ। ਉਹਨਾਂ ਨੂੰ ਪਤਾ ਕਿ ਸਾਡੀਆਂ ਕਈਆਂ ਹੋਈਆਂ ਗੱਲਾਂ ਤਾਂ ਪਹਿਲੀਆਂ ਨਹੀਂ ਇਹਨਾਂ ਨੂੰ ਚੇਤੇ ਰਹੀਆਂ ਕਿ ਗਿਆਨੀ ਜੈਲ ਸਿੰਘ ਦੇ ਵੇਲੇ ਤੇ ਅਸੀਂ ਇਹ ਅਨਾਊਂਸਮੈਂਟ ਕੀਤੀ ਸੀਗੀ ਵੀ ਜੇ ਇਸ ਪੁਲਿਸ ਨੂੰ ਅਫਸਰ ਨੂੰ ਸਜ਼ਾ ਦੇਣੀ ਸਾਡੀ ਸਰਕਾਰ ਲਿਆਓ, ਤੇ ਮੁੜ ਕੇ ਚੱਕ ਕੇ ਉਹਨੂੰ SHO ਤੋਂ DSP ਬਣਾ ਦਿੱਤਾ। ਤੇ ਫਿਰ ਹੋਰ ਕੀ ਤੁਸੀਂ ਚਾਹੁੰਦੇ ਹੋ? ਕਿੰਨੇ ਮਾਮਲੇ ਨੇ ਹੋਰ। ਇਸ ਕਰਕੇ ਤੁਹਾਡੇ ਅੱਗੇ ਹੱਥ ਜੋੜਦੇ ਰਹਿੰਦੇ ਆ ਵੀ ਲਿਖ ਦਿਓ ਕੁਝ। ਸ਼ਾਇਦ ਤੁਸੀਂ ਲਿਖ ਵੀ ਰਹੇ ਹੋਗੇ, ਪਤਾ ਕੋਈ ਨਹੀਂ। ਲੱਗੇ। ਰਾਜਸਥਾਨ ਸਰਕਾਰ ਨੇ ਕਾਲੀ ਫੰਗਸ ਨੂੰ ਮਹਾਮਾਰੀ ਐਲਾਨਿਆ ਹੈ। 100 ਮਰੀਜ਼ ਇਸ ਵੇਲੇ ਲੱਭ ਰਹੇ ਨੇ। ਦੁਨੀਆ ਭਰ ਦੇ ਵਿੱਚ ਇਸ ਕਾਲੀ ਫੰਗਸ ਨੇ ਵੀ ਹੁਣ ਭੜਥੂ ਪਾਤਾ ਹੈ। ਕੀ ਕਹਿਣਾ ਚਾਹੋਗੇ? ਜਿਹੜੀ ਕਾਲੀ ਫੰਗਸ ਹੈ ਜੀ, ਮਹਾਰਾਸ਼ਟਰ ਨੇ, ਰਾਜਸਥਾਨ ਨੇ, ਪੰਜਾਬ ਦੇ, ਕੱਲ ਪੰਜਾਬ ਦੇ ਵਿੱਚ ਅੰਮ੍ਰਿਤਸਰ 'ਚ 9 ਮਰੀਜ਼ ਮਿਲੇ ਨੇ ਕਾਲੀ ਫੰਗਸ। ਤੇਲੰਗਾਨਾ ਨੇ, ਮਤਲਬ ਕਾਫੀ ਕੇਂਦਰ ਨੇ ਕਹਿ ਦਿੱਤਾ ਵੀ ਜਿਹੜੀਆਂ ਸਟੇਟਾਂ ਜਿਹਦੇ ਮਰੀਜ਼ ਵੱਧ ਰਹੇ ਉਹ ਆਪਣੇ ਪੱਧਰ ਦੇ ਉੱਤੇ ਮਹਾਮਾਰੀ ਨਾਲ ਆਉਂਦੇ। 6-7 ਸੂਬਿਆਂ ਨੇ ਹੁਣ ਤੱਕ ਇਹਨੂੰ ਮਹਾਮਾਰੀ ਐਲਾਨ ਦਿੱਤਾ, ਲੇਕਿਨ ਪ੍ਰਬੰਧ ਕੀ ਕਰ ਰਹੇ ਹੋ? ਉਹਦਾ ਇਲਾਜ ਕੀ ਕਰ ਰਹੇ ਹੋ? ਉਹਦੇ ਵਾਸਤੇ ਪ੍ਰਬੰਧ ਕੀ ਕਰ ਰਹੇ ਹੋ? ਸਿਰਫ ਐਲਾਨ ਕਰਨ ਦਾ ਕੁਛ ਬਣਨਾ ਨਹੀਂ ਗਾ। ਚਾਵਲਾ ਸਾਹਿਬ 270 ਦੇ ਕਰੀਬ ਰੋਹੀਂਗਿਆ ਮੁਸਲਮਾਨ ਦਿੱਲੀ 'ਚ ਬੈਠੇ, ਜਿਹੜੇ ਰਿਫਿਊਜੀ ਆ, ਜਿਹੜੇ ਉੱਥੋਂ ਭੱਜ ਕੇ ਆਏ ਨੇ। ਉੱਥੇ ਜਿਹੜਾ ਫੌਜੀ ਰਾਜ ਆ ਤੇ ਉੱਥੇ ਲੋਕੀ ਕਾਫੀ ਮਾਰ ਦਿੱਤੇ ਗਏ। ਉਹਨਾਂ ਝੁੱਗੀਆਂ 'ਚ ਰਹਿੰਦੇ ਆ ਤੇ ਉਹਨਾਂ ਤੋਂ ਕਰੋਨਾ ਦਾ ਨਾ ਟੀਕਾ ਲਵਾਉਣ ਵਾਸਤੇ ਕੋਈ ਆਧਾਰ ਕਾਰਡ ਆ, ਨਾ ਦਵਾਈ ਵਾਸਤੇ ਪੈਸੇ ਹੈਗੇ। ਲੇਕਿਨ ਉਹ ਕੀ ਕਰਦੇ ਨੇ? ਗਰਮ ਪਾਣੀ ਪੀਤੀ ਜਾਂਦੇ ਆ, ਮਾੜਾ ਮੋਟਾ ਕਾੜਾ ਮਿਲ ਜਾਏ ਉਹ ਪੀ ਲੈਂਦੇ, ਕੋਈ ਲਿਪ ਛੁੱਟੀ ਮੋਟੀ ਕਰਦੇ ਤਾਂ ਪੈਸੇ ਦੂਰ ਮਿਲ ਜਾਂਦੇ ਉਹਨਾਂ ਨੂੰ ਪੀ ਲੈਂਦੇ।
ਤੇ ਝੁੱਗੀਆਂ ਚ ਰਹਿੰਦੇ ਤੇ ਜਿਹੜਾ ਬੰਦਾ ਸ਼ੱਕ ਕੀਤਾ ਜਾਂਦਾ ਕਿ ਇਹਨੂੰ ਕੋਰੋਨਾ ਨੂੰ ਵਾਪਸ ਇੱਕ ਮਿੰਟ ਵੱਖਰੀ ਝੁੱਗੀ ਦੇ ਦਿੰਦਾ। ਅੱਛਾ। ਲੇਕਿਨ ਇਲਾਜ ਜੋਗੇ ਤਾਂ ਕੋਈ ਪੈਸੇ ਨਹੀਂ ਹੈਗੇ ਵਿਚਾਰਿਆਂ ਕੋਲ ਅਸੀਂ ਇਲਾਜ ਕਰ ਸਕੀਏ। ਟੀਕਾ ਜਿੰਨੇ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਚੀਜ਼ਾਂ ਲੱਗ ਨਹੀਂ ਸਕਦਾ ਤੁਹਾਨੂੰ, ਉਹ ਆਪਣਾ ਇਲਾਜ ਆਪ ਕਰ ਰਹੇ। ਜਿਹੜੇ ਦੁਕਾਨ ਤੋਂ ਲੈ ਕੇ ਸਮਾਨ ਲੈ ਕੇ ਆਉਂਦੇ ਵੀ ਇਹ ਬੜੇ ਵੇਅਰ ਨੇ, ਕੋਸ਼ਿਸ਼ ਇਹਨਾਂ ਦੀ ਹੁੰਦੀ ਹੈ ਵੀ ਆਪਣੀ ਮਿਹਨਤ ਮਜ਼ਦੂਰੀ ਕਰੋ, ਪਾਣੀ ਮੋਟੀ ਜਿੱਥੋਂ ਜਿੰਨੇ ਪੈਸੇ ਮਿਲਦੇ ਉਹ ਨਹੀਂ ਸਹੀ, ਲੇਕਿਨ ਗਰਮ ਪਾਣੀ ਨਾ ਪੀਣਾ ਛੱਡੋ, ਜਿਹੜਾ ਕਾਹਵਾ ਪੀਣਾ ਨਾ ਛੱਡੋ। ਜਿਹੜੇ ਬੰਦਿਆਂ ਨੂੰ ਖਾਂਸੀ ਕੋਈ ਨਿੱਛ ਦੀ ਸ਼ਿਕਾਇਤ ਹੁੰਦੀ ਉਹਨੂੰ ਉਸੇ ਵੇਲੇ ਆਈਸੋਲੇਟ ਕਰਦੇ, ਉਹਨੂੰ ਵੱਖਰੀ ਝੁੱਗੀ ਕਦੇ ਹੁੰਦੇ ਨੇ ਵੀ ਤੂੰ ਇੱਥੇ ਰਹਿਣਾ। ਜਿਹੜੀ ਦਿੱਲੀ ਦੇ ਵਿੱਚ ਇਹ ਹਾਲਾਤ, ਜੇ ਤੁਸੀਂ ਇਹਨੂੰ ਇੱਥੇ ਰੱਖਿਆ ਤਾਂ ਨਾ ਇਲਾਜ ਵੀ ਕਰੋ ਭਾਈ, ਟੀਕਾ ਲਾਓ ਉਹਨਾਂ ਨੂੰ, ਕਿਹਨੇ ਉਹਨੂੰ ਤੁਸੀਂ। ਉੱਥੋਂ ਦੇ ਮੁੱਖ ਮੰਤਰੀ ਨੇ ਤਾਂ ਗੱਲ ਕਹਿਤੀ ਹੈ ਕਿ ਜਿਹਦੇ ਕੋਲ ਕੋਈ ਸ਼ਨਾਖਤੀ ਕਾਰਡ ਨਹੀਂ, ਆਧਾਰ ਕਾਰਡ ਨਹੀਂ, ਰਾਸ਼ਨ ਕਾਰਡ ਨਹੀਂ, ਅਸੀਂ ਉਹਨੂੰ ਵੀ ਅਨਾਜ ਦਿਆਂਗੇ। ਇਹਨਾਂ ਤੱਕ ਅਨਾਜ ਪੁੱਜਦਾ ਜਾਂ ਨਹੀਂ ਪੁੱਜਦਾ ਨਹੀਂ ਪਤਾ, ਤੇ ਝੁੱਗੀਆਂ 'ਚ ਰਹਿੰਦੇ, ਝੁੱਗੀਆਂ ਬਣਾ ਕੇ। ਜੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਕਰਮਚਾਰੀਆਂ ਦੇ ਬੱਚਿਆਂ ਨੇ ਮੁੱਖ ਮੰਤਰੀ ਨੂੰ ਖੂਨ ਨਾਲ ਚਿੱਠੀ ਲਿਖੀ ਹੈ, ਖੂਨ ਨਾਲ। ਕੀ ਕਹਿਣਾ ਚਾਹੋਗੇ? ਕੱਲ ਫੋਟੋ ਤੁਹਾਨੂੰ ਮੈਂ ਭੇਜ ਦੂੰਗਾ ਜੀ, ਫੋਟੋ ਵੇਖਣ ਵਾਲੀ। ਉਹ ਬੱਚੇ ਨੇ ਬੜੀ ਛੋਟੀ ਉਮਰ ਦੇ, 10 ਸਾਲ ਦੀ ਉਮਰ ਹੋਊਗੀ, 12 ਸਾਲ ਦੀ ਉਮਰ ਹੋਊਗੀ, 8 ਸਾਲ ਦੀ ਉਮਰ ਹੋਊਗੀ। ਕਿਸੇ ਨੇ ਜੂੜੇ ਦੇ ਸਿਰ ਤੇ ਰੁਮਾਲ ਪਾਇਆ, ਕਿਸੇ ਦਾ ਵਾਲ ਕੱਟੇ, ਬੜੇ ਨਾਜ਼ੁਕ ਤੇ ਬੜੇ ਭੋਲੇ ਜਿਹੇ ਬੱਚੇ। ਉਹਨਾਂ ਆਪਣਾ ਖੂਨ ਆਪ ਕੱਢ ਕੇ, ਸਿਰੰਜਾਂ ਕੱਢ ਕੇ, ਇੱਕ ਦਾ ਕੱਢ ਕੇ, ਵਾਰੀ ਸਿਰੰਜਾਂ ਕੱਢ ਕੇ ਤੇ ਇਕੱਠਾ ਕਰਕੇ ਤੇ ਚਿੱਠੀ ਲਿਖੀ ਆ, ਸਾਡੀ ਪੜ੍ਹਾਈ, ਸਾਡੇ ਪਾਲਣ ਪੋਸ਼ਣ ਦੇ ਅਸਰ ਪੈ ਰਿਹਾ। 7 ਮਹੀਨੇ ਤੋਂ ਤੁਸੀਂ ਤਨਖਾਹਾਂ ਦਿੱਤੀਆਂ ਸਾਡੇ ਮਾਂ ਪਿਓ ਜਿਹੜੇ ਨੌਕਰੀ ਕਰਦੇ ਇੱਥੇ ਯੂਨੀਵਰਸਿਟੀ ਦੇ। ਕੈਪਟਨ ਸਾਹਿਬ ਉਹਨਾਂ ਨੂੰ ਤਨਖਾਹਾਂ ਦਿੰਦੇ, ਬਾਕੀ ਦੀ ਛੱਡ ਦਿਓ, ਨਵੀਂ ਭਰਤੀ ਤੁਸੀਂ ਕਰ ਰਹੇ ਹੋ, ਤਨਖਾਹਾਂ ਦਿੰਦੇ ਤੇਰੇ ਗਰੀਬਾਂ ਨੂੰ ਉਹਨਾਂ ਨੂੰ। ਹੁਣ ਜੇ ਬੱਚਿਆਂ ਨੇ ਕਦਮ ਚੁੱਕਿਆ, ਭਾਵੇਂ ਉਹ ਵੱਡਿਆਂ ਦੇ ਕਹਿਣ ਤੇ ਚੁੱਕਿਆ ਜਾਂ ਉਹਨਾਂ ਆਪਣੇ ਆਪ ਚੁੱਕਿਆ, ਇਹ ਤੁਸੀਂ ਜਾਣਦੇ ਹੋਣਗੇ, ਲੇਕਿਨ ਇਹ ਕਦਮ ਚੁੱਕਣ ਦੀ ਲੋੜ ਕਿਉਂ ਪਈ ਉਹਨਾਂ ਨੂੰ? ਕੈਪਟਨ ਸਾਹਿਬ ਤੁਸੀਂ ਦਾਅਵਾ ਕਰਦੇ ਹੋ ਕਿ 16 ਲੱਖ ਬੰਦਿਆਂ ਨੂੰ ਰੁਜ਼ਗਾਰ ਦਿੱਤਾ। ਇਹ ਮੈਂ ਨਹੀਂ ਕਹਿ ਰਿਹਾ, ਸ਼ਮਸ਼ੇਰ ਸਿੰਘ ਦੂਲੋ ਕਹਿ ਰਿਹਾ। ਕਹਿੰਦਾ 12,500 ਪਿੰਡ ਨੇ, 16 ਲੱਖ ਦੀ ਰੁਜ਼ਗਾਰ ਦੀ ਗੱਲ ਕਰਦੇ ਤੇ ਹਰ ਪਿੰਡ ਦੇ ਵਿੱਚ 125 ਬੰਦੇ ਨੂੰ ਰੁਜ਼ਗਾਰ ਬਣਦਾ ਵਾ। ਤੇ ਕਿਹਾ ਪੱਤਰਕਾਰੋ ਟੀਮ ਬਣਾ ਲਓ, ਮੈਂ ਤੁਹਾਡੇ ਨਾਲ ਚੱਲਦਾ, ਆਓ ਪਿੰਡ ਚੱਲੀਏ, ਆਪਾਂ ਜਾ ਕੇ ਵੇਖੀਏ ਕਿ 125 ਬੰਦੇ ਨੂੰ ਪਿੰਡ 'ਚ ਰੁਜ਼ਗਾਰ ਮਿਲਿਆ। ਇਹ ਗੱਪਾਂ ਹੀ ਹੈਗੀਆਂ, ਵਿਖਾਓ ਕਿੱਥੇ ਰੁਜ਼ਗਾਰ ਮਿਲਿਆ। ਅਸੀਂ ਕਹਿੰਦੇ ਚਲੋ ਰੁਜ਼ਗਾਰ ਨਹੀਂ ਦਿੱਤਾ ਸੀ ਕੋਈ ਗੱਲ ਨਹੀਂ, ਲੇਕਿਨ ਜਿਹਨਾਂ ਨੂੰ ਦਿੱਤਾ ਉਹਨੂੰ ਤਨਖਾਹਾਂ ਤੇ ਦੇ ਦਿਓ। ਉਹਨਾਂ ਨੇ ਫ੍ਰੀ ਸੇਵਾ ਕਰਕੇ ਨਿਆਣੇ ਕਿੱਥੋਂ ਪਾਲਣੇ ਆਪਣੇ? ਹੁਣ ਜਿਹੜਾ ਬੱਚਿਆਂ ਨੇ ਕਦਮ ਚੁੱਕਿਆ ਵਾ, ਇਹ ਵੀ ਸਰਕਾਰ ਦੀ ਕਾਰਗੁਜ਼ਾਰੀ ਤੇ ਚਿੰਨ੍ਹ ਹੈ, ਇੱਕ ਧੱਬਾ ਆ ਇੱਕ। ਇਸ ਕਰਕੇ ਕੈਪਟਨ ਸਾਹਿਬ ਨੂੰ ਬੇਨਤੀ ਹੈ ਕਿ ਇਮੀਡੀਏਟਲੀ ਉਹਨਾਂ ਵਿਚਾਰੇ ਦੀ ਤਨਖਾਹਾਂ ਰਿਲੀਜ਼ ਕਰੋ ਤਾਂ ਕਿ ਉਹ ਆਪਣੇ ਬੱਚੇ ਪਾਲ ਸਕਣ। ਉਹਦੇ ਸਾਡੀਆਂ ਫੀਸਾਂ ਨਹੀਂ ਜਾ ਰਹੀਆਂ, ਸਾਡੀ ਪੜ੍ਹਾਈ ਦੇ ਸਿਰ ਪੈ ਰਿਹਾ ਵਾ ਜੀ, ਸਾਨੂੰ ਪ੍ਰੋਪਰ ਖਾਣਾ ਨਹੀਂ ਮਿਲ ਰਿਹਾ। ਅਸੀਂ ਕਿੰਨਾ ਕੁ ਉਧਾਰ ਲੈ ਕੇ ਖਾ ਲਾਂਗੇ ਸਾਡੇ ਮਾਪੇ ਜਿਹੜੇ। ਘਰ ਬੈਠੇ ਪਤਾ ਲੱਗਾ ਕਿ ਹੁਣ ਸਿਰਫ 200 ਮਹਿਜ 250 ਰੁਪਈਆ ਜਿਹੜਾ ਉਹਦੇ ਵਿੱਚ ਕਰੋਨਾ ਟੈਸਟ ਹੋਊਗਾ। ਜੀ 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 ਇੱਕ ਮਸ਼ੀਨ ਹੈ ਜੀ, ਕੋਵ7 ਮਸ਼ੀਨ ਹੈ। ਇਹ ਮਸ਼ੀਨ ਤਿਆਰ ਹੋ ਰਹੀ ਹੈ। ਇਹ ਮਸ਼ੀਨ ਤੁਸੀਂ ਬਾਜ਼ਾਰ ਚੋਂ ਖਰੀਦ ਸਕਦੇ ਹੋ। ਆਪਣੇ ਘਰ ਦੇ ਵਿੱਚ ਆਪਣੇ ਤੁਸੀਂ ਹਰ ਜੀਆਂ ਦਾ ਟੈਸਟ ਕਰ ਸਕਦੇ ਹੋ ਕਿ ਕਰੋਨਾ ਪੋਜ਼ਿਟਿਵ ਕਿ ਨੈਗੇਟਿਵ। ਹਾਂ, ਆਪਣੇ ਲੈਵਲ ਤੇ ਤੁਸੀਂ ਉਹਨਾਂ ਨੂੰ ਆਈਸੋਲੇਟ ਕਰ ਸਕਦੇ ਹੋ। ਜੇ ਕਰੋਨਾ ਪੋਜ਼ਿਟਿਵ ਨੂੰ ਆਈਸੋਲੇਟ ਕਰ ਤੁਹਾਨੂੰ ਕੋਈ ਪੁੱਛ ਪੜਤਾਲ। ਉਹਦੇ ਵਿੱਚ ਜੋ ਗਾਈਡਲਾਈਨ ਸਰਕਾਰ ਦੀ ਹੈਗੀ ਆ ਕਿ ਉਹਨੂੰ ਪੈਰਾਸੀਟਾਮੋਲ ਦੇ ਦਿਓ, ਉਹਨੂੰ ਕਾੜਾ ਦੇ ਦਿਓ, ਉਹਨੂੰ ਗਰਮ ਪਾਣੀ ਪੀਣ ਵਾਸਤੇ ਦੇ ਦਿਓ। ਹੋਰ ਤੇ ਇਲਾਜ ਕੋਈ ਹੈ ਨਹੀਂ ਉਹਦਾ ਜਿਹੜਾ ਤੁਸੀਂ ਕਰਨਾ ਉਹਦਾ। ਜੇ ਕੋਈ ਸੀਰੀਅਸ ਮਰੀਜ਼ ਉਹਨੂੰ ਹਸਪੀਟਲ ਭੇਜ ਦਿਓ, ਜੇ ਮਾਮੂਲੀ ਜਾਂ ਘੱਟ ਆ ਉਹਨੂੰ ਆਈਸੋਲੇਟ ਕਰ ਦਿਓ। ਉਹ 250 ਰੁਪਏ 'ਚ ਮਸ਼ੀਨ ਆਏਗੀ ਤੇ ਜਦੋਂ ਉਹ ਮਸ਼ੀਨ ਆ ਗਈ ਤੇ ਮੈਂ ਸੋਚਦਾ ਲੋਕੀ ਰਾਤ ਮਹਿਸੂਸ ਕਰਨਗੇ। ਬਹੁਤ ਵਧੀਆ ਗੱਲ ਹੈ। ਔਰ ਮੈਨੂੰ ਲੱਗਦਾ ਕਿ ਇਹਦਾ ਲੰਗਰ ਲਾ ਦੇਣਾ ਲੋਕਾਂ ਨੇ ਵੀ 250 ਰੁਪਏ ਦੀ ਆਈ ਆ। ਵਿਦੇਸ਼ੀ NRI ਜਿਹੜੇ ਕਣੂ ਬੰਬ ਜਿਹਨੂੰ ਸਮਿਤਾ ਪਾਤਰ ਨੇ ਕਿਹਾ ਸੀਗਾ, ਪੱਤਰਾ ਕੀ ਉਹਦਾ ਨਾਮ ਆ, ਉਹਨੇ ਕਿਹਾ ਸੀਗਾ ਵਿਦੇਸ਼ੀ ਬੈਠੇ ਜਿਹੜੇ ਹਾਂਜੀ ਸਮਿਤਾ ਕੀ ਆ ਸਮਿਤਾ ਪਾਤਰ ਜੀ, ਪਾਤਰ ਸਮਿਤਾ ਪਾਟਲ ਵੀ ਹੋਈ ਸੀ ਨਾ ਇੱਕ।
ਤੇ ਉਹਨੇ ਸਭ ਦਾ ਪਾਤਰ ਜਿਹੜਾ ਇਹਨੇ ਸਾਨੂੰ ਭਾਵੇਂ ਅਨੂ ਬੰਬ ਕਣੂ ਬੰਬ ਕਿਹਾ ਸੀਗਾ, ਤੇ ਸਾਡੇ ਬੰਦਿਆਂ ਨੇ ਵਿਦੇਸ਼ਾਂ 'ਚ ਬੈਠਿਆ ਪਿੰਡਾਂ 'ਚ ਲੰਗਰ ਲਾ ਦੇਣਾ ਵੀ ਹਰ ਘਰ 'ਚ ਦੇ ਕੇ ਆਓ। ਬਿਲਕੁਲ ਜੇ ਆਕਸੀਜਨ ਦਾ ਲੰਗਰ ਲਾ ਸਕਦੇ ਆ, ਉੱਥੇ ਬੈਠੇ ਹੋਰ ਤਰ੍ਹਾਂ ਦੇ ਲੰਗਰ ਲੱਗ ਸਕਦੇ ਨੇ, ਤੇ ਇਹ ਵੀ ਲੰਗਰ ਲੱਗ ਜਾਣਾ। ਵੇਖ ਲਿਓ ਜੇ 250 ਦੀ ਆਈ ਹੈ, ਜੇ ਇਹ ਬਿਲਕੁਲ ਕੰਮ ਸਹੀ ਕਰਦੀ ਹੋਈ ਤੇ ਲੰਗਰ ਲੱਗ ਜੂਗਾ। ਇਹ 250 ਰੁਪਈਆ ਵੀ ਨਹੀਂ, ਮੈਂ ਕਹਿੰਦਾ ਸਰਕਾਰ ਆਗਿਆ ਦੇ ਦੇਵੇ, ਸਰਕਾਰ ਥੋੜਾ ਜਿਹਾ ਸਪੋਰਟ ਦੇਵੇ, ਸਰਕਾਰੀ ਰੇਟ ਤੇ ਵੈਕਸੀਨ ਦੇ ਦੇਵੇ। ਇੱਥੇ ਇਹੋ ਜਿਹੇ NRI ਬੈਠੇ ਨੇ, ਪਿੰਡ ਅਡਾਪਟ ਕਰ ਲੈਣਗੇ ਵੀ ਅਸੀਂ ਪਿੰਡਾਂ ਦੇ ਵਿੱਚ ਆਪਣੇ ਬੰਦਿਆਂ ਨੂੰ ਟੀਕੇ ਲਵਾਉਂਦੇ ਆ ਫ੍ਰੀ। ਚਾਵਲਾ ਸਾਹਿਬ ਚੀਫ ਖਾਲਸਾ ਦੁਆਰ ਨੇ ਕਿ ਉਪਰਾਲਾ ਕੀਤਾ ਜੀ, ਉਹਨਾਂ ਕਿਹਾ ਵੀ ਸਾਨੂੰ ਵੈਕਸੀਨ ਦੇ ਦਿਓ ਤੁਸੀਂ, ਕਿਉਂਕਿ ਉਹਨਾਂ ਦਾ ਆਪਣਾ ਇੱਕ ਹਸਪੀਟਲ ਚੱਲਦਾ ਵਾ। ਹਸਪੀਟਲ 'ਚ ਉਹਨਾਂ ਕਿਹਾ ਵੀ ਅਸੀਂ 160 ਰੁਪਏ ਲਵਾਂਗੇ ਇੱਕ ਟੀਕੇ ਦੇ ਲਾਉਣ ਦੇ, 150 ਰੁਪਏ ਸਾਨੂੰ ਇਹਦੀ ਕੀਮਤ ਪਈ ਆ, ਤੇ 10 ਰੁਪਏ ਜਿਹੜੀ ਸਿਰਿੰਜ ਆ ਉਹਦਾ ਖਰਚਾ, ਬਾਕੀ ਅਸੀਂ ਫ੍ਰੀ ਲਾਵਾਂਗੇ। ਉਹਨਾਂ ਟੀਕੇ ਲੈ ਕੇ ਫ੍ਰੀ ਲਾਉਣੇ ਸ਼ੁਰੂ ਕਰ ਦਿੱਤੇ 160 ਰੁਪਏ ਦੇ ਵਿੱਚ। ਕਈ ਜਿਹੜੇ ਗਰੀਬ ਨੇ ਫ੍ਰੀ ਬਣਾਤੇ, ਕੋਈ ਗੱਲ ਨਾ ਦਿਓ ਫ੍ਰੀ ਇਹਨਾਂ ਨੂੰ, ਸਰਕਾਰ ਨੇ ਬੰਦ ਕਰ ਦਿੱਤੇ। ਪੰਜਾਬ ਸਰਕਾਰ ਨੇ ਬੰਦ ਕਰਤੇ। ਕੀ ਜਵਾਬ ਕੀ ਸੀ? ਉੱਪਰੋਂ ਹੁਕਮ ਹੈ ਜੀ, ਉੱਪਰੋਂ ਹੁਕਮ ਹੈ ਜੀ, ਉੱਪਰੋਂ ਹੁਕਮਾਂ ਜਿਵੇਂ ਦਿੱਲੀ ਦੇ ਵਿੱਚ ਆਕਸੀਜਨ ਦੇ ਸਿਲੰਡਰ ਚੁੱਕ ਕੇ ਲੈ ਗਏ ਸੀ। ਬਿਲਕੁਲ ਬਿਲਕੁਲ ਬਿਲਕੁਲ। ਤੇ ਇਹਦਾ ਮਤਲਬ ਵੀ ਦਾਲ ਨਹੀਂ ਕਾਲੀ, ਦਾਲ 'ਚ ਕੁਝ ਕਾਲਾ ਨਹੀਂ, ਦਾਲ ਸਾਰੀ ਕਾਲੀ ਆ। ਵੀ ਤੁਸੀਂ ਸੇਵਾ ਦੇ ਨਾਤੇ ਜੇ ਕੋਈ ਬੰਦਾ ਹੋਲਸੇਲ ਦੀ ਕੀਮਤ ਤੇ ਵੈਕਸੀਨ ਖਰੀਦ ਕੇ ਤੇ ਕੋਈ ਸੰਸਥਾ ਲਾਉਣੀ ਚਾਹੁੰਦੀ, ਸਾਡੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਕੈਂਪ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜੀ 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 ਜੀ, ਤੇ ਸਰਕਾਰ ਨੇ ਪੂਰਾ ਸਾਥ ਦਿੱਤਾ। ਸਰਕਾਰੀ ਬੰਦੇ ਆਏ ਲਾਉਣ, ਵੈਕਸੀਨ ਵੀ ਸਰਕਾਰ ਦੀ, ਵਲੰਟੀਅਰ ਚਲੋ ਪ੍ਰਬੰਧਕਾਂ ਦੇ ਥੋੜੇ ਬਹੁਤੇ, ਪਰ ਸਰਕਾਰ ਦੇ ਬੁਲਾਉਂਦੇ, ਰੂਲ ਐਂਡ ਰੈਗੂਲੇਸ਼ਨ ਉਹਨਾਂ ਦੇ, ਸਿਰਫ ਇਹਨਾਂ ਨੇ ਜਗ੍ਹਾ ਪ੍ਰੋਵਾਈਡ ਕੀਤੀ। ਤੁਹਾਡੀ ਸਰਕਾਰ ਨੇ ਜਦੋਂ ਵੈਕਸੀਨ ਸ਼ੁਰੂ ਕੀਤੀ 24 ਘੰਟੇ ਲਾਈ ਉਹਨਾਂ ਨੇ, ਕਿ 24 ਘੰਟੇ ਹਸਪੀਟਲ ਨੂੰ ਵੈਕਸੀਨ ਲੱਗੀ, ਜਦੋਂ ਚੱਲ ਜਾਓ ਤੁਸੀਂ ਜੀ। ਸਾਡੇ ਇੱਥੇ ਟਾਈਮ ਆ ਵੀ ਇੰਨੇ ਤੋਂ ਇੰਨੇ ਵਜੇ ਤੱਕ ਆਓਗੇ, ਇੰਨੇ ਬੰਦੇ ਹੋਗੇ ਤੇ ਫਿਰ ਤੁਹਾਨੂੰ ਵੈਕਸੀਨ ਲੱਗੀ ਜੀ। ਇਸ ਕਰਕੇ ਤੁਹਾਡਾ ਸਾਡਾ ਬੜਾ ਫਰਕ ਆ। ਲੇਕਿਨ ਅੱਜ ਮੈਂ ਤੁਹਾਨੂੰ ਕਹਿ ਦਿਆਂ ਜੀ, ਅੱਜ ਦੀ ਡੇਟ ਦੇ ਵਿੱਚ ਵੀ ਜੇ ਸਫਲਤਾ ਨਾਲ ਕਿਸਾਨ ਮੋਰਚਾ ਚੱਲ ਰਿਹਾ, ਤੇ ਉਹ ਵਿਦੇਸ਼ੀ ਵੀਰਾਂ ਕਰਕੇ ਚੱਲ ਰਿਹਾ ਜੀ। ਜਿੰਨੀ ਉਹਨਾਂ ਦੀ ਸਪੋਰਟ ਉਹਨਾਂ ਨੂੰ ਹਰ ਪੱਖ ਤੋਂ ਹੈਗੀ ਆ ਕਿਸਾਨਾਂ ਨੂੰ, ਉਨੀ ਉਹਨਾਂ ਦੀ ਇੱਥੇ ਇੰਡੀਅਨ ਸਪੋਰਟ ਨਹੀਂ ਹੈ ਜੀ। ਪਰ ਸਾਹਿਬ ਇਹਨਾਂ ਕਾਲਰ ਨੇ ਕਾਲ ਲੈ ਲਈ, ਸੌਰੀ ਟੂ ਇੰਟਰਰਪਟ ਯੂ। ਹੈਲੋ ਵੀਰ ਜੀ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹੜੇ ਖਬਰਾਂ ਸੁਣਾਈਆਂ ਤੁਸੀਂ ਵੀਰ ਜੀ, ਮਤਲਬ ਸੁਣ ਕੇ ਸ਼ਰਮ ਆਉਂਦੀ ਹੈ ਵੀ ਸਾਡੇ ਦੇਖ ਲਓ, ਸਾਨੂੰ ਜਿਹਦੇ ਸਿਰ ਤੇ ਅਸੀਂ ਮੌਜਾਂ ਕਰਨੀਆਂ, ਜਿਹਦੇ ਸਿਰ ਤੇ ਸਾਡੇ ਉੱਤੇ ਸੇਫਟੀ ਦਾ ਝੰਡਾ ਝੁੱਲੂਗਾ, ਉਹ ਵੀ ਸਾਨੂੰ ਮਾਰ ਲੱਗੇ ਹੋਏ ਨੇ। ਸ਼ਰਮ ਆਉਂਦੀ ਹੈ ਵੀ ਆਹ ਕੈਪਟਨ ਸਾਹਿਬ ਆ, ਬਾਦਲ ਸਾਹਿਬ ਹੈ, ਕਿੰਨੀ ਭੈੜੀ ਸਿਚੁਏਸ਼ਨ ਹੈ ਜੀ ਲੋਕਾਂ ਦੀ ਜੀ। ਗਰੀਬ ਲੋਕ ਜਿਨ੍ਹਾਂ ਕੋਲ ਪੈਸੇ ਨਹੀਂ, ਉਹ ਵਿਚਾਰੇ ਕਿੱਥੋਂ ਟੀਕੇ ਲਵਾਉਣਗੇ। ਤੇ ਬਹੁਤ ਮਾੜੀ ਹਾਲਤ ਹੈ। ਖਬਰਾਂ ਸੁਣ ਕੇ ਬਹੁਤ ਦਿਲ ਭੈੜਾ ਹੁੰਦਾ। ਮਿਹਰਬਾਨੀ ਜੀ, ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੱਟ ਸਾਹਿਬ, ਮਾਈਂਡ ਅਪ ਕਰਨਾ ਜੀ ਆਪਾਂ। ਹਾਂ ਬਿਲਕੁਲ ਜੀ। ਵੇਖੋ, ਮੈਂ ਤਾਂ ਤੁਹਾਨੂੰ ਕਹਿ ਦਿੱਤਾ ਵੀ ਤੁਹਾਡੀ ਪੇਸ਼ ਜਾਵੇ ਤਾਂ ਤੁਸੀਂ ਘਰ ਘਰ ਜਾ ਕੇ ਟੀਕੇ ਲਾ ਦਿਓ ਲੋਕਾਂ ਨੂੰ। ਲੇਕਿਨ ਸਰਕਾਰ ਜਿਵੇਂ ਤੇ ਫੇਰੀ ਹੈ ਨਾ ਜੀ, ਇੱਥੇ ਪਰਮਿਸ਼ਨ ਸਰਕਾਰ ਨੇ ਦੇਣੀ ਹੈ। ਜੇ ਪਰਮਿਸ਼ਨ ਤੋਂ ਬਗੈਰ ਤੁਸੀਂ ਲਾਉਣ ਚਲੇ ਗਏ, ਤੁਹਾਡੇ ਤੇ ਪਰਚਾ ਅੰਦਰ ਕਰ ਦੇਣਗੇ ਫਰਕ। ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਸਾਰੇ NRI ਜਿਹੜੇ ਕਿਸਾਨ ਮੋਰਚੇ ਡਟੇ ਨੇ, ਕੋਈ ਡਾਕਟਰ ਹੈ, ਕੋਈ ਮਾਸਟਰ ਹੈ, ਕੋਈ ਸਾਰੇ ਫਿਰ ਡਟੇ ਨੇ। ਜਿਹੜੇ ਉੱਥੇ ਕਿਸਾਨ ਮੋਰਚੇ ਦੇ ਘੇਰੇ ਕਰੇ ਗਰੀਬਾਂ ਦੇ ਬੱਚੇ, ਉਹ ਪੜ ਗਏ ਨੇ 6 ਮਹੀਨਿਆਂ ਦੇ ਵਿੱਚ। ਉਹਨਾਂ ਵਾਸਤੇ ਫ੍ਰੀ ਸਕੂਲ ਖੋਲਤਾ। ਉੱਥੇ ਟੀਚਰ ਸਾਡੇ ਰਿਟਾਇਰਡ ਟੀਚਰ ਗਏ ਨੇ, ਸਕੂਲ ਖੋਲਦੇ ਉੱਥੇ, ਕਿਤਾਬਾਂ ਵੀ ਫ੍ਰੀ, ਖਾਣਾ ਵੀ ਫ੍ਰੀ, ਜੂਬੀ ਫਾਰਮ ਵੀ, ਬਸਤਾ ਵੀ ਫ੍ਰੀ, ਸਭ ਕੁਝ ਫ੍ਰੀ। ਉਹ ਲੋਕ ਖੁਸ਼ ਨੇ ਵੀ ਭਾਈ ਤੁਸੀਂ ਜਾਇਆ ਉਹਦਾ ਇੱਥੇ ਬੈਠੇ ਰਹੋ, ਇੱਥੇ ਬੈਠੇ ਰਹੋ ਸਾਡੇ ਵਾਸਤੇ। ਚਲੋ ਉਹ ਤਾਂ ਬੈਠੇ ਨੇ। ਤੇ ਆਪਾਂ ਕੱਲ ਗੱਲ ਕੀਤੀ ਸੀਗੀ, ਉਹ ਬੜੀ ਚਰਚਾ ਦੇ ਵਿੱਚ ਹੈ ਕਿ ਜਿਹੜੇ TRP ਵਧਾਉਣ ਵਾਲੇ ਕੁਝ ਚੈਨਲ ਸ਼ੁਰੂ ਹੋਏ, ਕੁਝ ਉੱਥੇ ਕਲਾਕਾਰ ਜਿਹੜੇ ਗਏ ਸੀਗੇ, ਉਹ ਗਧੇ ਦੇ
ਸਿੰਘ ਵਾਂਗੂ ਗਾਇਬ ਨੇ, ਬੜੇ ਫੋਨ ਆਏ ਨੇ ਕਿ ਬੜੀ ਟਿਕਾਣੇ ਤੇ ਗੱਲ ਕਹੀ। ਮੈਂ ਕਿਹਾ ਮੇਰਾ ਸਵਾਲ ਨਹੀਂ ਸੀ, ਸਵਾਲ ਇੱਕ ਨੇ ਕਿਹਾ ਸੀਗਾ ਕਰੋਗੇ ਜ਼ਰੂਰਤ ਨਾਲ। ਮੈਂ ਕਿਹਾ ਮੈਂ ਕਰੂੰਗਾ, ਤੁਸੀਂ ਸਵਾਲ ਏਅਰ ਤੇ ਆ ਜਾਓ। ਕਹਿੰਦੇ ਨੇ ਤੁਸੀਂ ਕਰ ਲਿਓ, ਤੁਹਾਡੇ ਤੇ ਵਿਸ਼ਵਾਸ ਹੈ। ਮੈਂ ਕਿਹਾ ਮੈਂ ਕਰ ਦਿੱਤਾ, ਪਰ ਇੱਕ ਸ਼ਰਤ ਤੇ ਕਰੂੰਗਾ, ਮੈਂ ਤਾਂ ਮਰਦਾਂ ਵਾਲੀ ਗੱਲ ਕਰੂੰਗਾ, ਤੁਸੀਂ ਕਰੋਗੇ? ਕਹਿੰਦਾ ਹਾਂ। ਮੈਂ ਕਿਹਾ ਫਿਰ YouTube ਤੇ Facebook ਤੇ ਸਬਸਕ੍ਰਾਈਬ ਕਰਕੇ ਸ਼ੇਅਰ ਜ਼ਰੂਰ ਕਰਦੀ, ਇੰਨਾ ਕੁ ਮਰਦਾਂ ਵਾਲਾ ਕੰਮ ਕਰਦੀ। ਪਤਾ ਨਹੀਂ ਉਹਨੇ ਸ਼ੇਅਰ ਕੀਤਾ ਜਾਂ ਨਹੀਂ ਕੀਤਾ, ਪਰ ਜਿਨ੍ਹਾਂ ਨੇ ਗਾਹ ਕੀਤਾ ਉਹਨਾਂ ਦਾ ਧੰਨਵਾਦ। ਹਾਂਜੀ, ਸੌਖਾ ਨਹੀਂ ਆ, ਸੌਖਾ ਨਹੀਂ ਆ, ਬੜਾ ਔਖਾ ਸਰਕਾਰਾਂ ਦੇ ਨਾਲ ਮੱਥਾ ਲਾਉਣਾ, ਗੀਤ ਗਾ ਕੇ ਜੋਸ਼ ਭਰਨਾ, ਉਤਸ਼ਾਹ ਪਾਉਣਾ। ਇਹ ਗੱਲ ਬਹੁਤ ਸਮੇਂ ਤੋਂ ਚੱਲੀ ਆ ਰਹੀ ਹੈ, ਅੱਜ ਦੀ ਥੋੜ੍ਹੀ ਹੈ। ਬਹੁਤ ਸਾਰੇ ਦਰਸ਼ਕਾਂ ਨੂੰ, ਬਹੁਤ ਸਾਰੇ ਸਰੋਤਿਆਂ ਨੂੰ, ਇਤਿਹਾਸ ਦੇ ਪੜ੍ਹਨ ਵਾਲਿਆਂ ਨੂੰ ਸ਼ਾਇਦ ਯਾਦ ਹੋਊਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ, ਜਿੱਥੇ ਪਹਿਲਵਾਨਾਂ ਦੇ ਵਿੱਚ ਜੋਸ਼ ਭਰਨ ਵਾਸਤੇ ਕੁਸ਼ਤੀਆਂ ਕਰਾਇਆ ਕਰਦੇ ਸਨ, ਉੱਥੇ ਸਿੰਘਾਂ ਦੇ ਵਿੱਚ ਜੋਸ਼ ਭਰਨ ਵਾਸਤੇ ਢਾਡੀ 12 ਵੀ ਕਰਵਾਇਆ ਕਰਦੇ ਸਨ, ਜਿਹੜੀ ਪਰੰਪਰਾ ਅਜੇ ਵੀ ਚੱਲੀ ਆ ਰਹੀ ਹੈ। ਅਕਾਲ ਤਖਤ ਸਾਹਿਬ ਨੇ ਢਾਡੀ, ਨੱਥਾ ਤੇ ਅਬਦੁੱਲਾ, ਤੁਹਾਨੂੰ ਸ਼ਾਇਦ ਯਾਦ ਹੋਊਗਾ, ਇਹ ਜੋਸ਼ ਭਰਨ ਵਾਸਤੇ, ਵੀਰ ਰਸ ਗਥਾਵਾਂ ਭਰਨ ਵਾਸਤੇ ਤੇ ਸਰੀਰ ਬਣਾਉਣ ਵਾਸਤੇ ਕੁਸ਼ਤੀਆਂ ਵੀ ਕਰਾਉਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਆਪ ਮੱਲ ਸਨ, ਬੜੀ ਚੰਗੀ ਸੋਹਣੀ ਸਿਹਤ ਸੀ। ਕਿਤੇ 6 ਮਹੀਨੇ ਦਰਸ਼ਨੀ ਘੋੜਾ ਵੀ ਜਿੱਦਾਂ ਮਰਜੀ ਵੱਡਾ ਹੁੰਦਾ ਸੀਗਾ, ਉਹ ਉਹਨਾਂ ਦੇ ਥੱਲੇ ਨਹੀਂ ਸੀ ਕੱਢਦਾ। ਇੰਨੀ ਮੇਰੇ ਪ੍ਰੀਤਮ ਪਿਆਰੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਹਤ ਸੀਗੀ। ਹਾਂਜੀ, ਉਹ ਜਿਹੜੇ ਲੜਾਈਆਂ ਦੇ ਵਿੱਚ, ਜੰਗਾਂ ਦੇ ਵਿੱਚ ਐਵੇਂ ਨਹੀਂ ਸੀ ਲੜਿਆ। ਪੈਂਦੇ ਖਾਂ ਵਰਗਾ ਖੱਟਾ ਕੱਟਾ ਜਿਹਨੂੰ ਖੁਦ ਵੀ ਸਾਥੀ ਸੀਗਾ, ਉਹੋ ਜਿਹਾ ਨਾ ਜਿਹੜਾ ਕੱਲਾ ਕੱਲਾ ਦੁਮਾ ਖਾ ਜਾਂਦੇ ਸੀ, ਉਹਨਾਂ ਨਾਲ ਮੁਕਾਬਲਾ ਕਰਨਾ ਕੋਈ ਸੌਖੀ ਜੀ ਗੱਲ ਨਹੀਂ ਸੀ। ਕਸਰਤਾਂ ਤੇ ਸਿਹਤਾਂ ਬਣਾਉਂਦੇ ਸੀ ਤੇ ਉਹਨਾਂ 'ਚ ਜੋਸ਼ ਭਰਨ ਵਾਸਤੇ ਢਾਡੀ ਵਾਰਾਂ ਵੀ ਗਾਈਆਂ ਜਾਂਦੀ ਸੀ। ਜੋਸ਼ ਜ਼ਰੂਰ ਭਰਿਆ ਇਹਨਾਂ ਕਲਾਕਾਰਾਂ ਨੇ, ਕੋਈ ਦੋ ਰਾਵਾਂ ਨਹੀਂ। ਲੋਕ ਉਮੜ ਕੇ ਗਏ ਨੇ, ਪਰ ਅੱਜ ਲੋਕ ਸਵਾਲ ਕਰਦੇ ਨੇ ਵੀ ਕਿੱਥੇ ਗਏ? ਮੱਛਰ ਨਹੀਂ ਲੜਦਾ ਜ਼ਿਆਦਾ ਕਿਤੇ, ਜਾਂ ਫਿਰ ਡੰਗ ਕਿਤੇ ਉੱਤੋਂ ਆ ਗਿਆ ਪਈ ਤੁਹਾਡੀਆਂ ਫਾਈਲਾਂ ਖੁੱਲ ਜਾਣੀਆਂ ਜੀ। ਹੁਣ ਕਿੱਥੇ ਗਏ? ਹੁਣ ਗਧੇ ਦੇ ਸਿੰਘ ਵਾਂਗੂ ਕਿਉਂ ਗਾਇਬ ਹੋ ਗਏ? ਇਹ ਸਵਾਲ ਸੀਗਾ। ਸਾਡੇ ਸੋ ਕਾਲਡ ਜਿਹੜੇ ਨੇ ਸਿੰਗਰ TRP ਵਧਾਉਣ ਲਈ ਗਏ ਸੀ ਵੀ ਆਹ ਬੜਾ ਸੋਹਣਾ ਮੌਕਾ, ਇਹ ਲੀਡਰਾਂ ਨਾਲੋਂ ਕਿਹੜੇ ਘੱਟ ਨੇ? ਨਹੀਂ, ਬਿਲਕੁਲ ਬਿਲਕੁਲ ਉਹਦਾ ਨਕਾਤੀ ਪ੍ਰੋਗਰਾਮ ਸੀਗਾ ਵੀ ਅਸੀਂ ਜਾਵਾਂਗੇ, ਮੋਰਚਾ ਖਤਮ ਤੋਂ ਹੋਈ ਜਾਣਾ, ਅੱਜ ਨਹੀਂ ਕੱਲ ਹੋ ਜੂਗਾ, ਪਰਸੋਂ ਹੋ ਜੂਗਾ, ਇਲੈਕਸ਼ਨ ਆਊਗਾ, ਅਸੀਂ ਵੀ ਕਿਤੇ ਕਿਤੇ ਟਿਕਾਣੇ। ਕਈ ਬੰਦੇ ਹੈਗੇ ਪਾਰਟੀਆਂ ਬਣਾਉਣ ਤੱਕ ਉਤਾਵਲੇ ਹੋਏ ਸੀ। ਇਹ ਤਾਂ ਬਿਲਕੁਲ ਪਾਰਟੀਆਂ ਬਣਾਉਣ ਤੇ ਕਿਤਾਬਲੇ ਹੋਏ ਸੀ। ਉਹਨਾਂ ਦੀ ਖਾਸ ਇਹ ਸੀ ਵੀ ਚਲੋ ਜੀ ਮੈਂ ਬੜਾ ਸੋਹਣਾ ਗਾਉਂਦਾ ਵਾ, ਮੇਰੇ ਮਗਰ 10 ਬੰਦੇ ਹੈਗੇ, ਉਹ ਸਟੇਜ ਤੇ ਗਾਉਣ ਲੱਗੇ, ਇਹ ਵੀ ਬੰਦੇ ਪਿੱਛੇ ਖੜ ਕਰ ਲੈਂਦੇ ਸੀ। ਵੇਖੋ ਮੇਰੇ ਮਗਰ ਜਨਰੇਸ਼ਨ ਕਿੰਨੀ ਜਨਰੇਸ਼ਨ ਹੈਗੀ। ਬਿਲਕੁਲ ਬਿਲਕੁਲ ਪੰਗਾ ਪੈ ਗਿਆ ਸੈਂਟਰ ਨਾਲ। ਬਹੁਤ ਬਹੁਤ ਮਿਹਰਬਾਨੀ ਪੱਟੀ ਸਾਹਿਬ, ਧੰਨਵਾਦ। ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।